Hello, dear students. How are you? I hope you will be fine. So, the next poem we are going to discuss is Death the Leveler. Death the Leveler ਕਿ ਮੌਤ ਜਿਹੜੀ ਹੈ ਉਹ ਹਰ ਇੱਕ ਸ਼ੈ ਨੂੰ ਲੈਵਲ 'ਚ ਲੈ ਆਉਂਦੀ ਹੈ. It brings all the things, all the people on same level. ਕਿ ਮੌਤ ਸਾਰਿਆਂ ਵਾਸਤੇ ਬਰਾਬਰ ਹੈ, ਚਾਹੇ ਉਹ ਰਾਜਾ ਹੈ, ਚਾਹੇ ਉਹ ਰੰਕ ਹੈ, ਚਾਹੇ ਉਹ ਅਮੀਰ ਹੈ, ਚਾਹੇ ਉਹ ਗਰੀਬ ਹੈ, ਚਾਹੇ ਉਹ ਕੁਛ ਵੀ ਹੈ. ਮੌਤ ਦਾ ਜਿਹੜਾ ਹੈ ਉਹ ਕੋਈ ਫਰਕ ਨਹੀਂ ਹੈ ਕਿਸੇ ਵੀ ਇਨਸਾਨ ਵਾਸਤੇ. So the poem is Death the Leveler and it is written by James Shirley. In this poem the poet talks about the death that makes all the people at the same level, that brings all the people at the same level. It doesn't differentiate between the king or the ordinary person, whether it is peasant, whether it is rich, poor. So all the people are same before death. Before death doesn't discriminate with anybody. So everybody, every person will have to face death, will have to go in the lap of death. This is certain. This is the final truth that we all will have to die. But one thing that doesn't die is the good deeds. The thing that doesn't die is good work. The good works done by others are remembered. So let's start reading the poem. The poem is written by James Shirley. We have already discussed the main theme, the main summary of the poem. So now we will read it stanza wise. In the beginning, in the first stanza, the poet says that the glories of our blood and state are shadows, not substantial things. ਕਿ ਜਿਹੜੇ ਸਾਡੇ ਗਲੋਰੀਜ਼ ਨੇ, ਜਿਹੜੀ ਸ਼ਾਨ ਹੈ, ਚਾਹੇ ਅਸੀਂ ਰਾਜੇ ਹਾਂ, ਚਾਹੇ ਅਸੀਂ ਰੰਕ ਹਾਂ, ਸਾਡੀ ਜਿਹੜੀ ਗਲੋਰੀ ਹੈ, ਸਾਡੇ ਖੂਨ ਦੀ, ਸਾਡੀ ਸਟੇਟ ਦੀ, ਸਾਡੀ ਜਿਹੜੀ ਰਾਜ ਸੱਤਾ ਹੈ ਉਹਦੀ, ਉਹ ਸਾਰਾ ਕੁਛ ਇੱਕ ਪਰਛਾਵਾਂ ਹੀ ਹੈ. ਉਹ ਕੋਈ ਪੱਕਾ ਨਹੀਂ ਹੈ ਕਿ ਜੋ ਕੁਛ ਇੱਥੇ ਸਾਡੇ ਕੋਲ ਹੈ ਉਹ ਹਮੇਸ਼ਾ ਵਾਸਤੇ ਰਹੇਗਾ. ਦੇਅਰ ਇਜ਼ ਨੋ ਆਰਮਰ ਅਗੇਂਸਟ ਫੇਟ. ਕਿ ਕਿਸਮਤ ਦੇ ਖਿਲਾਫ ਸਾਡੇ ਕੋਲ ਕੋਈ ਵੀ ਪਹਿਨਣ ਵਾਸਤੇ ਕਵਚ ਨਹੀਂ, ਕੋਈ ਢਾਲ ਨਹੀਂ. ਸਾਡੇ ਕੋਲ ਕੋਈ ਵੀ ਕਿਸੇ ਤਰ੍ਹਾਂ ਦਾ ਸੁਰੱਖਿਆ ਕਵਚ ਨਹੀਂ ਹੈ ਕਿ ਅਸੀਂ ਮੌਤ ਤੋਂ ਬਚ ਸਕੀਏ. ਡੈਥ ਲੇਜ਼ ਹਿਜ਼ ਆਈਸੀ ਹੈਂਡਸ ਔਨ ਕਿੰਗਸ. ਕਿ ਜਿਹੜੀ ਮੌਤ ਹੈ ਉਹ ਰਾਜਿਆਂ ਦੇ ਉੱਪਰ ਵੀ ਆਪਣੇ ਠੰਡੇ ਹੱਥ ਜਿਹੜੇ ਹੈ ਉਹ ਰੱਖ ਦਿੰਦੀ ਹੈ, ਉਹਨਾਂ ਨੂੰ ਆਪਣੀ ਗ੍ਰਿਫਤ ਵਿੱਚ ਲੈ ਲੈਂਦੀ ਹੈ, ਆਪਣੇ ਕਾਬੂ 'ਚ ਕਰ ਲੈਂਦੀ ਹੈ. ਕਿ ਜੇਕਰ ਅਸੀਂ ਸਾਡੇ ਅੰਦਰ ਬੜੀ ਸ਼ਾਹੀ ਠਾਠ ਬਾਠ ਨੇ, ਅਸੀਂ ਉਹਨਾਂ ਉਵੇਂ ਰਹਿੰਦੇ ਹਾਂ, ਸਾਡੇ ਕੋਲ ਪ੍ਰਭੂ ਸੱਤਾ ਹੈ, ਸਾਡੇ ਕੋਲ ਰਾਜ ਸੱਤਾ ਹੈ, ਅਸੀਂ ਬੜੇ ਵੱਡੇ ਰਾਜੇ ਹਾਂ, ਤਾਂ ਇਸ ਚੀਜ਼ ਦਾ ਸਾਡੀ ਜ਼ਿੰਦਗੀ ਦੇ ਵਿੱਚ ਜਦੋਂ ਸਾਨੂੰ ਮੌਤ ਆਉਂਦੀ ਹੈ ਤਾਂ ਉਸ ਦਾ ਕੋਈ ਮਹੱਤਵ ਨਹੀਂ ਹੈ. ਮੌਤ ਸਾਰਿਆਂ ਵਾਸਤੇ ਬਰਾਬਰ ਹੈ, ਚਾਹੇ ਉਹ ਰਾਜਾ ਹੈ, ਚਾਹੇ ਉਹ ਕੋਈ ਛੋਟਾ ਇਨਸਾਨ ਹੈ, ਕੋਈ ਵੀ ਹੈ. ਮੌਤ ਜਿਹੜੀ ਹੈ ਉਹਦੇ ਖਿਲਾਫ ਸਾਡੇ ਕੋਲ ਖਲੋਣ ਵਾਸਤੇ ਕੋਈ ਸੁਰੱਖਿਆ ਕਵਚ ਨਹੀਂ ਹੈ, ਸਾਡੇ ਕੋਲ ਕੁਛ ਵੀ ਨਹੀਂ. ਸੋ ਮੌਤ ਨੇ ਆਪਣਾ ਕੰਮ ਕਰਨਾ ਹੀ ਕਰਨਾ ਹੈ. ਮੌਤ ਨੇ ਸਾਨੂੰ ਇੱਕ ਪੱਧਰ 'ਤੇ ਲੈ ਕੇ ਆਉਣਾ ਹੀ ਆਉਣਾ ਹੈ, ਚਾਹੇ ਉਹ ਰਾਜਾ ਹੈ, ਚਾਹੇ ਉਹ ਰੰਕ ਹੈ. ਸਕੈਪਟਰ ਐਂਡ ਕਰਾਊਨ ਮਸਟ ਟੰਬਲ ਡਾਊਨ. ਜਿਹੜੇ ਰਾਜਿਆਂ ਦੇ ਜਿੱਥੇ ਬੈਠਦੇ ਨੇ, ਜਿਹੜੇ ਉਹ ਕਰਾਊਨ ਪਹਿਨਦੇ ਨੇ, ਉਹ ਸਾਰੇ ਇੱਕ ਦਿਨ ਥੱਲੇ ਜਾ ਪੈਣੇ ਨੇ, ਥੱਲੇ ਡਿੱਗ ਜਾਣੇ ਨੇ. ਟੰਬਲ ਡਾਊਨ, ਹੇਠਾਂ ਜਾ ਪੈਣਾ, ਡਿੱਗ ਪੈਣੇ. ਐਂਡ ਇਨ ਦਾ ਡਸਟ ਬੀ ਇਕੁਅਲ ਮੇਡ ਵਿਦ ਦਾ ਪੂਅਰ ਕ੍ਰੁਪਡ ਸਾਈਥ ਐਂਡ ਸਪੇਡ. ਬੇਸ਼ੱਕ ਰਾਜੇ ਦੇ ਕਰਾਊਨਸ ਹੋਣ, ਬੇਸ਼ੱਕ ਰਾਜਾ ਜਿਹੜਾ ਉਹ ਰਾਜ ਸੱਤਾ ਦਾ ਜਿੱਥੇ ਬੈਠਦਾ ਹੈ, ਥਰੋਨਸ ਨੇ, ਚਾਹੇ ਉਹਦੇ ਕਰਾਊਨਸ ਨੇ, ਉਹ ਟੁੱਟ ਜਾਣੇ ਨੇ, ਉਹ ਡਿੱਗ ਪੈਣੇ ਨੇ. ਇਹ ਸਾਰੇ, ਚਾਹੇ ਉਹ ਇੱਕ ਕਿਸਾਨ ਦੀ ਕਹੀ ਹੋਵੇ, ਕਸੀਆ ਹੋਵੇ, ਰੰਭਾ ਹੋਵੇ, ਦਾਤਰੀ ਹੋਵੇ, ਇਹ ਸਾਰਾ ਕੁਛ, ਤੇ ਚਾਹੇ ਰਾਜੇ ਦਾ ਰਾਜ ਭਾਗ, ਰਾਜ ਮੁਕਟ ਹੋਵੇ, ਉਹ ਸਾਰੇ ਇੱਕ ਦਿਨ ਮਿੱਟੀ 'ਚ ਮਿਲ ਜਾਣਗੇ, ਬਰਾਬਰ ਹੋ ਜਾਣਗੇ. ਉਹਨਾਂ ਸਾਰਿਆਂ ਦਾ ਕੋਈ ਵੀ ਫਰਕ ਉਹਨਾਂ ਸਾਰਿਆਂ 'ਚ ਨਹੀਂ ਰਹੇਗਾ, ਸਭ ਵਾਸਤੇ ਬਰਾਬਰ ਹੋਣਗੇ. ਸੋ ਮੌਤ ਸਾਰਿਆਂ ਵਾਸਤੇ ਬਰਾਬਰ ਹੈ. Some men with swords may reap the fields,
and plant fresh laurels where they kill, but their strong nerves at last must yield, but tame. They tame, but another still. Some men with swords may reap the fields. ਕਿ ਕੁਝ ਲੋਕ ਮੈਦਾਨ 'ਚ ਜਾਂਦੇ ਨੇ, ਲੜਾਈ ਦੇ ਮੈਦਾਨ 'ਚ, ਯੁੱਧ ਦੇ ਮੈਦਾਨ 'ਚ, ਉੱਥੇ ਜਾ ਕੇ ਉਹ ਰੀਪ ਦਾ ਫੀਲਡ ਮਤਲਬ ਉਹ ਯੁੱਧ ਜਿੱਤਦੇ ਨੇ, ਯੁੱਧ ਨੂੰ ਜਿੱਤਦੇ ਨੇ, ਲੜਾਈਆਂ ਜਿੱਤਦੇ ਨੇ। ਉਹ ਜਿਵੇਂ ਆਪਾਂ ਕਿਸਾਨ ਫਸਲ ਵੱਢ ਕੇ ਘਰ ਲਿਆਉਂਦਾ ਹੈ, ਇਸੇ ਤਰ੍ਹਾਂ ਕਿਸਾਨ ਦਾ ਯੁੱਧ ਜਿਹੜਾ ਹੈ ਉਹ ਫਸਲ ਦੇ ਨਾਲ ਹੈ, ਉਹਨੂੰ ਰੀਪ ਕਰਦਾ ਹੈ ਤੇ ਘਰ ਲਿਆਉਂਦਾ ਹੈ। ਇੱਕ ਸਿਪਾਹੀ ਦਾ, ਇੱਕ ਯੋਧੇ ਦਾ, ਇੱਕ ਰਾਜੇ ਦਾ ਜਿਹੜਾ ਮੈਦਾਨ ਹੈ ਉਹ ਅਰਣ ਭੂਮੀ ਹੈ, ਉਹ ਉਸ ਨੂੰ ਆਪਣੇ ਕਬਜ਼ੇ 'ਚ ਕਰਦਾ ਹੈ, ਆਪਣੇ ਕਾਬੂ 'ਚ ਕਰ ਲੈਂਦਾ, ਜਿੱਤ ਲੈਂਦਾ ਹੈ ਉਹ। ਸੋ ਕਹਿੰਦਾ ਕੁਝ ਲੋਕ ਜਿਹੜੇ ਨੇ ਉਹ ਤਲਵਾਰ ਦੇ ਨਾਲ, ਸੂਟ ਦੇ ਨਾਲ ਮੈਦਾਨ ਜਿੱਤਦੇ ਨੇ, ਤੇ ਫਿਰ ਉਹਨਾਂ ਵਾਸਤੇ ਜਿਹੜੇ ਲੌਰਲਸ ਨੇ, ਉਹ ਯੁੱਧ ਦੇ ਜਿਹੜੇ ਗਿਫਟਸ ਨੇ, ਉਹ ਉੱਥੇ ਬੀਜੇ ਜਾਂਦੇ ਨੇ, ਜਿੱਥੇ ਉਹ ਲੋਕਾਂ ਨੂੰ ਮਾਰਦੇ ਨੇ। ਕਿਉਂਕਿ ਯੁੱਧ ਜਿੱਤਣ ਵਾਸਤੇ ਤੁਹਾਨੂੰ ਕਿਸੇ ਦਾ ਕਤਲ ਕਰਨਾ ਪਏਗਾ, ਮਾਸ ਕਿਲਿੰਗ ਹੋਏਗੀ ਉੱਥੇ। ਸੋ ਉਹ ਲੋਕਾਂ ਨੂੰ ਮਾਰਦੇ ਨੇ। ਬਟ ਦੇਅਰ ਸਟਰੋਂਗ ਨਰਵਸ ਐਟ ਲਾਸਟ ਮਸਟ ਹੀਲਡ। ਪਰ ਬੇਸ਼ੱਕ ਉਹ ਜਿੰਨੇ ਮਰਜ਼ੀ ਤਕੜੇ ਹੋਣ, ਜਿੰਨੇ ਮਰਜ਼ੀ ਤਾਕਤਵਰ ਹੋਣ, ਪਰ ਆਖਰ ਉਹਨਾਂ ਨੂੰ ਵੀ ਹਾਰ ਮੰਨਣੀ ਪਏਗੀ। ਯੀਲਡ ਵਿੱਚ ਹਾਰ ਮੰਨਣੀ, ਉਹਨਾਂ ਨੂੰ ਵੀ ਹਾਰ ਮੰਨਣੀ ਪਏਗੀ। ਦੇ ਟੇਮ ਬਟ ਅਨਦਰ ਸਟਿਲ। ਕਿ ਬੇਸ਼ੱਕ ਉਹ ਜਿੱਡੇ ਮਰਜ਼ੀ ਤਕੜੇ ਹੋਣ, ਪਰ ਆਖਰ ਮੌਤ ਉਹਨਾਂ ਨੂੰ ਹਰਾ ਦਿੰਦੀ ਹੈ, ਮੌਤ ਉਹਨਾਂ ਨੂੰ ਆਪਣੇ ਕਾਬੂ ਕਰ ਲੈਂਦੀ ਹੈ। ਅਰਲੀ ਔਰ ਲੇਟ they stoop to fate। ਬੇਸ਼ੱਕ ਅੱਜ ਨਹੀਂ ਤੇ ਕੱਲ, ਆਖਰ they will have to fall in the feet of death। ਕਿ ਮੌਤ ਦੇ ਪੈਰਾਂ 'ਚ ਉਹਨਾਂ ਨੂੰ ਟਿਕਣਾ ਪਏਗਾ। ਆਖਰ ਤੇ ਆ ਕੇ ਤਾਂ ਮੌਤ ਦੇ ਸਾਹਮਣੇ ਝੁਕਣਾ ਹੀ ਪਏਗਾ, ਕਿਸਮਤ ਦੇ ਸਾਹਮਣੇ ਝੁਕਣਾ ਪਏਗਾ, ਚਾਹੇ ਉਹ ਪਹਿਲਾਂ ਚਾਹੇ ਉਹ ਬਾਅਦ 'ਚ। ਆਖਰ one day nobody in this world is there who will live forever। Nobody is immortal। Everybody is mortal, nobody is immortal। कोई भी immortal नहीं है, हर बंदा नाशवान है। सो आखिर दिन आएगा, चाहे वो पहला आ जाए चाहे वो बाद च आ जाए, उन्होंने मौत के कदमां च टिकना पएगा। एंड मस्ट गिव अप देयर ममरिंग ब्रैथ। गिव अप मीन छड्डना, ममरिंग मीन बुड़बड़ाउंदी हुई, ब्रैथ मतलब साह। आखिर उन्होंने अपने साह जिहड़े है ਉਹ ਛੱਡਣੇ ਪੈਣਗੇ, ਚਾਹੇ ਉਹ ਚਾਹੁੰਦਿਆਂ ਜਾਂ ਨਾ ਚਾਹੁੰਦਿਆਂ। ਵਿਲਿੰਗਲੀ ਔਰ ਅਨਵਿਲਿੰਗਲੀ ਦੇ ਵਿਲ ਹੈਵ ਟੂ ਡਾਈ, ਦੇ ਵਿਲ ਹੈਵ ਟੂ ਸਰੈਂਡਰ ਬਿਫੋਰ ਡੈਥ। ਜਾਣਾ ਪਏਗਾ। ਵੈਨ ਦੇ ਪੇਲ ਕੈਪਟਿਵਸ ਕਰੀਪ ਟੂ ਡੈਥ। ਕਿ ਆਖਿਰ ਉਹ ਮੌਤ ਦੇ ਕੈਦੀ ਬਣ ਜਾਣਗੇ, ਮੌਤ ਦੀ ਕੈਦ ਵਿੱਚੋਂ ਚਲੇ ਜਾਣਗੇ, ਚਾਹੇ ਉਹ ਪਹਿਲਾਂ ਚਲੇ ਜਾਣ ਚਾਹੇ ਉਹ ਬਾਅਦ। ਆਖਿਰ ਉਹਨਾਂ ਨੂੰ ਮੌਤ ਦਾ ਸਾਹਮਣਾ ਕਰਨਾ ਪੈਣਾ ਹੈ। ਐਂਡ ਦੇ ਵਿਲ ਹੈਵ ਟੂ ਡਾਈ। ਦ ਗਾਰਲੈਂਡਸ ਵਿਦਰ ਔਨ ਯੂਰ ਬਰੋ। ਗਾਰਲੈਂਡ ਹੁੰਦਾ ਹੈ ਹਾਰ, ਫੁੱਲਾਂ ਦਾ ਹਾਰ। ਬਰੋ ਮੱਥਾ। ਜਿਹੜੇ ਲੋਕਾਂ ਨੇ ਜਿੱਤ ਤੇ ਹਾਰ ਮੱਥੇ ਤੇ ਪਹਿਨੇ ਨੇ, ਉਹ ਵਿਦਰ ਕਰ ਜਾਣਗੇ। ਵਿਦਰ ਮਤਲਬ ਉਹ ਸੁੱਕ ਜਾਣਗੇ, ਮੁਰਝਾ ਜਾਣਗੇ। ਕਿ ਤੁਹਾਡੇ ਪਹਿਨੇ ਹੋਏ ਜਿੱਤ ਦੇ ਹਾਰ ਜੋ ਤੁਸੀਂ ਮੱਥੇ ਤੇ ਪਹਿਨੇ ਨੇ, ਉਹ ਇੱਕ ਦਿਨ ਮੁਰਝਾ ਜਾਣਗੇ। ਦੈਨ ਬੋਸਟ ਨੋ ਮੋਰ ਯੂਰ ਮਾਈਟੀ ਡੀਡਸ। ਇਸ ਵਾਸਤੇ ਜੇਕਰ ਇਸ ਤਰ੍ਹਾਂ ਹੈ ਤਾਂ ਫਿਰ ਆਪਣੀਆਂ ਜਿਹੜੀਆਂ ਤੁਸੀਂ ਜਿਹੜੇ ਕੰਮ ਕੀਤੇ ਨੇ, ਜਿੱਤਾਂ ਜਿੱਤੀਆਂ ਨੇ, ਉਹਨਾਂ ਦਾ ਤੁਸੀਂ ਬੋਸਟ ਨਾ ਕਰੋ। ਯੂ ਸ਼ੁੱਡ ਨਾਟ ਬੋਸਟ ਅਬਾਊਟ ਦੈਮ। ਕਿ ਉਹਨਾਂ ਵਾਸਤੇ ਤੁਸੀਂ ਫੜਾ ਨਾ ਮਾਰੋ ਕਿ ਮੈਂ ਆਹ ਜਿੱਤ ਕੀਤੀ ਹੈ ਜਾਂ ਮੈਂ ਆਹ ਕੰਮ ਕੀਤਾ ਹੈ। ਫੜਾ ਮਾਰਨ ਦੀ ਲੋੜ ਨਹੀਂ, ਕਿਉਂਕਿ ਜਿਹੜਾ ਤੁਹਾਡਾ ਅੰਤ ਹੈ ਉਹ ਵੀ ਸੇਮ ਉਸੇ ਤਰ੍ਹਾਂ ਹੀ ਹੋਣ ਵਾਲਾ ਹੈ। ਸੋ then boast no more your mighty deeds upon death's purple altar now see where the victim bleeds। ਹੁਣ ਮੌਤ ਦਾ ਐਲਟਰ ਹੈ। ਐਲਟਰ ਜਿੱਥੇ ਪੂਜਾ ਸਥਾਨ, ਜਿੱਥੇ ਪੂਜਾ ਕਰਦੇ ਨੇ ਕ੍ਰਿਸਚੀਅਨਸ, ਐਲਟਰ ਸਥਾਨ ਹਵਨ ਕੁੰਡ ਵੀ ਕਰ ਸਕਦੇ ਦੋਵਾਂ ਵਾਸਤੇ। ਆਖਿਰ ਜਿਹੜਾ ਮੌਤ ਦਾ ਐਲਟਰ ਹੈ, ਜਿਹੜਾ ਉਹਦਾ ਜਿੱਥੇ ਉਹ ਮੌਤ ਖੜੀ ਹੈ, ਉੱਥੇ ਹਰ ਇੱਕ ਬੰਦੇ ਨੂੰ, ਚਾਹੇ ਉਹ ਜੇਤੂ ਹੈ ਚਾਹੇ ਉਹ ਹਾਰਿਆ ਹੋਇਆ ਹੈ, ਉੱਥੇ ਉਹਨੂੰ ਜਾਣਾ ਪਏਗਾ। ਉੱਥੇ ਉਹਦਾ ਖੂਨ ਡੁੱਲੇਗਾ, ਉਹਨੂੰ ਮਰਨਾ ਪਏਗਾ।
ਲਾਸਟ ਟਾਈਮ ਜਸ ਕਹਿੰਦਾ ਹੈ ਉਹ ਯੂਰ ਹੈਡਸ ਮਸਟ ਕਮ ਟੂ ਦ ਕੋਲਡ ਟੌਮ ਕਬਰ, ਕਿ ਤੁਹਾਡੇ ਸਿਰਾਂ ਨੂੰ ਆਖਿਰ ਕਬਰ 'ਚ ਪੈਣਾ ਹੀ ਪੈਣਾ ਪਵੇਗਾ, ਲਾਜ਼ਮੀ ਤੁਹਾਡੇ ਸਿਰਾਂ ਨੂੰ ਕਬਰਾਂ 'ਚ ਪੈਣਾ ਪਵੇਗਾ। ਓਨਲੀ ਦ ਐਕਸ਼ਨ ਆਫ ਦ ਜਸਟ ਸਮੈਲ ਸਵੀਟ ਐਂਡ ਬਲੌਸਮ ਇਨ ਦੇਅਰ ਡਸਟ। ਪਰ ਹਕੀਕਤ ਇਹ ਹੈ ਕਿ ਜਿਹੜੇ ਤੁਸੀਂ ਚੰਗੇ ਕੰਮ ਕੀਤੇ ਨੇ, ਜੋ ਤੁਸੀਂ ਗੁੱਡ ਡੀਡਸ ਹਮੇਸ਼ਾ ਉਹੀ ਯਾਦ ਰੱਖੀਆਂ ਜਾਣਗੀਆਂ। ਇਸ ਤੋਂ ਇਲਾਵਾ ਤੁਹਾਡੀਆਂ ਜਿੱਤਾਂ, ਤੁਹਾਡੀਆਂ ਹਾਰਾਂ, ਤੁਹਾਡੇ ਕੀਤੇ ਹੋਏ ਕੋਈ ਵੀ ਕੰਮ ਜਿਹੜੇ ਨੇ ਬਾਕੀ ਦੇ, ਉਹ ਯਾਦ ਨਹੀਂ ਰੱਖੇ ਜਾਣਗੇ। ਸਿਰਫ ਤੇ ਸਿਰਫ ਤੁਹਾਡੇ ਚੰਗੇ ਕੰਮ, ਚੰਗੇ ਗੁਣ ਹੀ ਜਿਹੜੇ ਹੈ ਉਹ ਨਾਲ ਜਾਣਗੇ, ਜਾਂ ਤੁਸੀਂ ਇਹ ਕਹਿ ਲਓ ਕਿ ਤੁਹਾਡੇ ਮਗਰੋਂ ਲੋਕ ਉਹਨਾਂ ਨੂੰ ਯਾਦ ਕਰਨਗੇ। ਸੋ ਇਹ ਸੀ ਕਵਿਤਾ ਡੈਥ ਦਾ ਲੈਵਲਰ, ਕਿ ਮੌਤ, ਡੈਥ ਇਜ਼ ਅ ਗ੍ਰੇਟ ਲੈਵਲਰ। ਇਟ ਡਜ਼ਨਟ ਸਪੇਅਰ ਐਨੀਬody, whether it is king, whether it is lay, poor or rich, everybody will have to fall the prey of death. So we must remember that we must keep on doing good deeds so that the people may remember us after our death. So this is the point. Thank you very much.